ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਸਾਖੀ ਨੈਟਵਰਕਸ। ਸੰਗਤ ਜੀ, ਜਿਸ ਵਿਅਕਤੀ ਦਾ ਗੁਰੂ ਉੱਪਰ ਪੂਰਨ ਵਿਸ਼ਵਾਸ ਹੁੰਦਾ ਹੈ, ਗੁਰੂ ਉੱਪਰ ਪੂਰੀ ਸ਼ਰਧਾ ਹੁੰਦੀ ਹੈ, ਉਸ ਵਿਅਕਤੀ ਦੀ ਅਰਦਾਸ ਗੁਰੂ ਜੀ ਵੀ ਨੇੜੇ ਹੋ ਕੇ ਸੁਣਦੇ ਹਨ। ਜਿਸ ਵਿਅਕਤੀ ਦਾ ਮਨ ਕਿਸੇ ਵੀ ਸਥਿਤੀ ਵਿੱਚ ਨਹੀਂ ਡੋਲਦਾ, ਗੁਰੂ ਉੱਪਰ ਪੂਰਨ ਸ਼ਰਧਾ ਅਤੇ ਵਿਸ਼ਵਾਸ ਕਾਇਮ ਰਹਿੰਦਾ ਹੈ, ਤਾਂ ਸਮਝੋ ਕਿ ਉਸ ਵਿਅਕਤੀ ਉੱਪਰ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਹਨ। ਵਾਹਿਗੁਰੂ ਪ੍ਰਭੂ ਦਾ ਮਿਹਰ ਭਰਿਆ ਹੱਥ ਉਸ ਦੇ ਸਿਰ ਉੱਪਰ ਹਮੇਸ਼ਾ ਰਹਿੰਦਾ ਹੈ। ਜੇਕਰ ਤੁਸੀਂ ਵੀ ਹੋ ਕਿਸੇ ਮੁਸ਼ਕਿਲ ਵਿੱਚ, ਤਾਂ ਇਸ ਸਾਖੀ ਨੂੰ ਬੜੀ ਹੀ ਸ਼ਰਧਾ ਨਾਲ ਸਰਵਣ ਕਰੋ ਜੀ। ਪੰਜਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਸੰਗਤਾਂ ਅਫਗਾਨਿਸਤਾਨ 'ਚੋਂ ਪਹੁੰਚੀਆਂ। ਉਹਨਾਂ ਸੰਗਤਾਂ ਵਿੱਚ ਹੀ ਇੱਕ ਸਿੱਖ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਕਟਾਰੂ ਜੀ ਦੱਸਿਆ ਗਿਆ ਹੈ, ਉਹ ਵੀ ਸਨ। ਭਾਈ ਕਟਾਰੂ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ, ਤੁਸੀਂ ਸਮਰੱਥ ਹੋ, ਤੁਹਾਡਾ ਸਿੱਕਾ ਦੋਨਾਂ ਜਹਾਨਾਂ ਵਿੱਚ ਚੱਲਦਾ ਹੈ, ਮੇਰੇ 'ਤੇ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ। ਮੈਨੂੰ ਕੋਈ ਅਜਿਹੀ ਜੀਵਨ ਜੁਗਤ ਦੱਸੋ ਜਿਸ ਨਾਲ ਮੈਨੂੰ ਦੁਬਾਰਾ ਜਨਮ ਨਾ ਲੈਣਾ ਪਵੇ। ਤਾਂ ਗੁਰੂ ਜੀ ਨੇ ਕਿਹਾ ਕਿ ਸ਼ੁਭ ਕਰਮ ਹੀ ਜੀਵਨ ਮਰਨ ਕੱਟਣ ਦਾ ਬਲ ਰੱਖਦੇ ਹਨ। ਜੋ ਵਿਅਕਤੀ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਦਾ ਹੈ, ਆਪਣੀ ਕਿਰਤ ਕਮਾਈ ਛਲ ਕਪਟ ਤੋਂ ਬਗੈਰ ਕਰਦਾ ਹੈ, ਕਿਸੇ ਨਾਲ ਧੋਖਾ ਨਹੀਂ ਕਰਦਾ, ਚੰਗੇ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ, ਉਸ ਦਾ ਜੀਵਨ ਮਰਨ ਪਰਮਾਤਮਾ ਕੱਟ ਦਿੰਦਾ ਹੈ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਸਾਹਿਬ, ਜੇ ਤੁਸੀਂ ਆਪਣਾ ਜੀਵਨ ਮਰਨ ਕੱਟਣਾ ਚਾਹੁੰਦੇ ਹੋ ਤਾਂ ਕਿਸੇ ਦਾ ਹੱਕ ਨਾ ਮਾਰੋ ਅਤੇ ਆਪਣੀ ਕਿਰਤ ਕਮਾਈ ਨੂੰ ਪੂਰੀ ਇਮਾਨਦਾਰੀ ਅਤੇ ਸੱਚੇ ਮਨੋਂ ਕਰੋ। ਭਾਈ ਕਟਾਰੂ ਜੀ ਨੇ ਗੁਰੂ ਜੀ ਦੀ ਗੱਲ ਨੂੰ ਗੱਠ ਬੰਨ੍ਹ ਲਿਆ ਅਤੇ ਉਸੇ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਨ ਲੱਗੇ। ਭਾਈ ਕਟਾਰੂ ਜੀ ਦੀ ਨੌਕਰੀ ਸਰਕਾਰੀ ਭੰਡਾਰ ਵਿੱਚ ਸੀ, ਜਿੱਥੇ ਜਨਤਾ ਨੂੰ ਸਹੀ ਕੀਮਤਾਂ 'ਤੇ ਖਾਦ ਪਦਾਰਥ ਵੰਡੇ ਜਾਂਦੇ ਸਨ। ਉਹਨਾਂ ਦੇ ਸਹਿਕਰਮੀ ਭਾਈ ਸਾਹਿਬ ਦੀ ਇਮਾਨਦਾਰੀ ਨੂੰ ਪਸੰਦ ਨਹੀਂ ਕਰਦੇ ਸਨ। ਭਾਈ ਸਾਹਿਬ ਨਾ ਤਾਂ ਆਪ ਬੇਈਮਾਨੀ ਕਰਦੇ ਸਨ ਅਤੇ ਨਾ ਹੀ ਕਿਸੇ ਨੂੰ ਕਰਨ ਦਿੰਦੇ ਸਨ। ਇਸੇ ਕਰਕੇ ਭਾਈ ਸਾਹਿਬ ਦੇ ਸਹਿਕਰਮੀਆਂ ਦੀਆਂ ਅੱਖਾਂ ਵਿੱਚ ਬਹੁਤ ਹੀ ਕ੍ਰੋਧ ਰਹਿਣ ਲੱਗਾ। ਉਹ ਭਾਈ ਸਾਹਿਬ ਨੂੰ ਬੁਰਾ ਸਮਝਣ ਲੱਗ ਗਏ। ਇੱਕ ਦਿਨ ਸਹਿਕਰਮੀਆਂ ਨੇ ਭਾਈ ਸਾਹਿਬ ਨੂੰ ਫਸਾਉਣ ਦੀ ਯੋਜਨਾ ਬਣਾਈ। ਉਹਨਾਂ ਨੇ ਭਾਈ ਸਾਹਿਬ ਦੇ ਤੋਲ ਵਾਲੇ ਵੱਟਿਆਂ ਵਿੱਚ ਹੇਰਾਫੇਰੀ ਕਰ ਦਿੱਤੀ, ਜਿਸ ਨਾਲ ਕਿ ਵੱਟਿਆਂ ਵਿੱਚ 25 ਗ੍ਰਾਮ ਦਾ ਘਾਟਾ ਹੋ ਗਿਆ। ਪਰੰਤੂ ਭਾਈ ਸਾਹਿਬ ਜੀ ਨੂੰ ਇਸ ਬਾਰੇ ਜਰਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ। ਭਾਈ ਸਾਹਿਬ ਨੂੰ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ। ਉਹ ਤਾਂ ਆਪਣੀ ਕਿਰਤ ਪੂਰੀ ਇਮਾਨਦਾਰੀ ਨਾਲ ਕਰ ਰਹੇ ਸਨ। ਸਹਿਕਰਮੀਆਂ ਨੇ ਹੀ ਕਿਸੇ ਗ੍ਰਾਹਕ ਵੱਲੋਂ ਹਾਕਮ ਨੂੰ ਸ਼ਿਕਾਇਤ ਕਰਵਾਈ ਕਿ ਤੁਹਾਡਾ ਭੰਡਾਰੀ ਤੋਲ ਵਿੱਚ ਹੇਰਾਫੇਰੀ ਕਰਦਾ ਹੈ। ਫਿਰ ਕੀ ਸੀ, ਗ੍ਰਾਹਕ ਦੀ ਸ਼ਿਕਾਇਤ ਉੱਤੇ ਹਾਕਮ ਨੇ ਭਾਈ ਸਾਹਿਬ ਨੂੰ ਦਫ਼ਤਰ ਵਿੱਚ ਸੱਦ ਲਿਆ ਅਤੇ ਨਾਲ ਹੀ ਸੁਨੇਹਾ ਭੇਜਿਆ ਕਿ ਆਪਣੇ ਵੱਟੇ ਵੀ ਲੈ ਕੇ ਆਇਓ। ਭਾਈ ਸਾਹਿਬ ਨੂੰ ਸ਼ਿਕਾਇਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਹਾਕਮ ਨੇ ਭਾਈ ਸਾਹਿਬ ਜੀ ਦੇ ਵੱਟਿਆਂ ਨੂੰ ਚੰਗੀ ਤਰ੍ਹਾਂ ਪਰਖਿਆ, ਤੱਕੜੀ ਵਿੱਚ ਦੂਜੇ ਵੱਟੇ ਰੱਖ ਕੇ ਭਾਈ ਸਾਹਿਬ ਦੇ ਵੱਟਿਆਂ ਨਾਲ ਚੰਗੀ ਤਰ੍ਹਾਂ ਉਲਟ ਪੁਲਟ ਕਰਕੇ ਤੋਲਿਆ, ਪਰੰਤੂ ਭਾਈ ਸਾਹਿਬ ਦੇ ਵੱਟੇ ਪੂਰੇ ਨਿਕਲੇ। ਉਹਨਾਂ ਦੇ ਤੋਲ ਵਿੱਚ ਜਰਾ ਜਿੰਨਾ ਵੀ ਫਰਕ ਨਹੀਂ ਸੀ। ਗ੍ਰਾਹਕ ਅਤੇ ਸਹਿਕਰਮੀਆਂ ਦੀ ਚਾਲ ਫੇਲ ਹੋ ਗਈ। ਹਾਕਮ ਵੱਲੋਂ ਸਹਿਕਰਮੀਆਂ ਨੂੰ ਫਿਟਕਾਰ ਦਿੱਤੀ ਗਈ ਅਤੇ ਭਾਈ ਸਾਹਿਬ ਜੀ ਦੀ ਇੱਜ਼ਤ ਹਾਕਮ ਦੀ ਨਜ਼ਰ ਵਿੱਚ ਹੋਰ ਵੀ ਵੱਧ ਗਈ। ਦੂਜੇ ਪਾਸੇ ਹੋਇਆ ਇੰਜ ਸੀ ਕਿ ਜਦੋਂ ਭਾਈ ਸਾਹਿਬ ਨੂੰ ਹਾਕਮ ਨੇ ਬੁਲਾਇਆ ਸੀ ਤਾਂ ਭਾਈ ਸਾਹਿਬ ਜੀ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਤੁਰੇ ਸਨ ਕਿ ਗੁਰੂ ਜੀ, ਮੇਰੀ ਲਾਜ ਹਾਕਮ ਦੇ ਦਰਬਾਰ ਵਿੱਚ ਤੁਸੀਂ ਆਪ ਹੀ ਰੱਖਿਓ। ਜੇਕਰ ਅੱਜ ਮੇਰੇ 'ਤੇ ਕੋਈ ਗਲਤ ਇਲਜ਼ਾਮ ਲੱਗ ਗਿਆ ਤਾਂ ਤੁਹਾਡਾ ਹੀ ਨਾਮ ਖਰਾਬ ਹੋਵੇਗਾ। ਲੋਕ ਤੁਹਾਨੂੰ ਹੀ ਬੁਰਾ ਭਲਾ ਕਹਿਣਗੇ। ਲੋਕ ਕਹਿਣਗੇ ਕਿ ਵੱਡਾ ਸਿੱਖ ਬਣਿਆ ਫਿਰਦਾ ਹੈ, ਕਰਦਾ ਬੇਈਮਾਨੀ ਹੈ। ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਗੁਰੂ ਜੀ, ਮੈਂ ਤੁਹਾਡੇ ਬਾਰੇ ਇੰਜ ਨਹੀਂ ਸੁਣ ਸਕਦਾ। ਤੁਸੀਂ ਕਿਰਪਾ ਕਰਕੇ ਆਪਣੇ ਬਚਨਾਂ ਦੀ ਆਪ ਹੀ ਲਾਜ ਰੱਖਿਓ। ਦੂਸਰੇ ਪਾਸੇ ਗੁਰੂ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੀ। ਗੁਰੂ ਸਾਹਿਬ ਜੀ ਨੂੰ ਕਿਸੇ ਭਗਤ ਵੱਲੋਂ 5 ਪੈਸੇ ਭੇਟ ਕੀਤੇ ਗਏ ਸਨ। ਤਾਂ ਭਾਈ ਕਟਾਰੂ ਜੀ ਦੀ ਸੱਚੇ ਦਿਲੋਂ ਕੀਤੀ ਗਈ ਅਰਦਾਸ ਗੁਰੂ ਤੱਕ ਪਹੁੰਚ ਗਈ ਅਤੇ ਗੁਰੂ ਜੀ ਨੇ ਤੁਰੰਤ ਹੀ ਉਹ 5 ਪੈਸੇ ਹੱਥ ਵਿੱਚ ਚੱਕ ਲਏ ਅਤੇ ਦੂਜੇ ਹੱਥ ਵਿੱਚ 5 ਤਾਂਬੇ ਦੇ ਸਿੱਕੇ ਚੱਕ ਲਏ। ਗੁਰੂ ਜੀ ਨੇ 2-3 ਵਾਰ 5 ਪੈਸੇ ਅਤੇ ਸਿੱਕੇ ਉਲਟ ਪੁਲਟ ਹੱਥਾਂ ਵਿੱਚ ਕੀਤੇ।
ਗੁਰੂ ਸਾਹਿਬ ਇੰਜ ਕਰ ਰਹੇ ਸਨ ਜਿਵੇਂ ਕਿਸੇ ਤੱਕੜੀ ਦਾ ਤੋਲ ਪੂਰਾ ਕਰ ਰਹੇ ਹੋਣ। ਆਮ ਤੌਰ ਤੇ ਗੁਰੂ ਜੀ ਪੈਸਿਆਂ ਨੂੰ ਜ਼ਿਆਦਾ ਹੱਥ ਨਹੀਂ ਲਗਾਉਂਦੇ ਸਨ। ਕੋਈ ਵੀ ਮਾਇਆ ਜਾਂ ਕੋਈ ਵੀ ਪਦਾਰਥ ਕੋਈ ਸਿੱਖ ਸੰਗਤ ਦੇ ਕੇ ਜਾਂਦੀ ਤਾਂ ਗੁਰੂ ਜੀ ਉਸ ਨੂੰ ਛੂੰਹਦੇ ਨਹੀਂ ਸਨ। ਪਰੰਤੂ ਅੱਜ ਜੋ ਹੋ ਰਿਹਾ ਸੀ, ਸੰਗਤਾਂ ਉਸ ਨੂੰ ਦੇਖ ਕੇ ਹੈਰਾਨ ਸਨ। ਸੰਗਤਾਂ ਵਿੱਚੋਂ ਹੀ ਕਿਸੇ ਨੇ ਪੁੱਛਿਆ ਕਿ ਗੁਰੂ ਜੀ, ਤੁਸੀਂ ਤਾਂ ਕਦੇ ਵੀ ਪੈਸੇ ਨੂੰ ਹੱਥ ਨਹੀਂ ਲਗਾਉਂਦੇ, ਅੱਜ ਤੁਸੀਂ ਇਹਨਾਂ ਸਿੱਕਿਆਂ ਨਾਲ ਇੰਨਾ ਲਗਾਓ ਕਿਉਂ ਦਿਖਾ ਰਹੇ ਹੋ? ਕਿਉਂ ਤੁਸੀਂ ਪੈਸਿਆਂ ਨੂੰ ਬਾਰ-ਬਾਰ ਹੱਥ ਵਿੱਚ ਫੜ ਰਹੇ ਹੋ? ਤਾਂ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ 'ਤੇ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ। ਤਕਰੀਬਨ 1 ਮਹੀਨੇ ਦਾ ਸਮਾਂ ਬੀਤ ਗਿਆ ਅਤੇ 1 ਮਹੀਨੇ ਬਾਅਦ ਭਾਈ ਕਟਾਰੂ ਜੀ ਕਾਬਲ ਤੋਂ ਛੁੱਟੀ ਲੈ ਕੇ ਅੰਮ੍ਰਿਤਸਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ ਅਤੇ ਗੁਰੂ ਜੀ ਨੂੰ ਪ੍ਰਣਾਮ ਕਰਕੇ ਆਖਣ ਲੱਗੇ ਕਿ ਗੁਰੂ ਜੀ, ਤੁਸੀਂ ਮਹਾਨ ਹੋ, ਤੁਸੀਂ ਅੰਤਰਜਾਮੀ ਹੋ, ਤੁਸੀਂ ਮੇਰੀ ਲਾਜ ਰੱਖ ਲਈ ਹੈ, ਤੁਸੀਂ ਹਾਕਮ ਦੇ ਦਰਬਾਰ ਵਿੱਚ ਮੇਰਾ ਮਾਣ ਵਧਾਇਆ ਹੈ, ਮੈਂ ਸਦਾ ਤੁਹਾਡਾ ਕਰਜ਼ਦਾਰ ਰਹਾਂਗਾ। ਤਾਂ ਗੁਰੂ ਜੀ ਨੇ ਆਖਿਆ ਕਿ ਭਾਈ ਸਾਹਿਬ, ਪੂਰੀ ਗੱਲ ਖੁੱਲ੍ਹ ਕੇ ਸੰਗਤਾਂ ਨੂੰ ਦੱਸੋ। ਤਾਂ ਭਾਈ ਕਟਾਰੂ ਜੀ ਕਹਿਣ ਲੱਗੇ ਕਿ ਉਸ ਦਿਨ, ਜਿਸ ਦਿਨ ਹਾਕਮ ਦੇ ਦਰਬਾਰ ਵਿੱਚ ਮੇਰੇ ਵੱਟਿਆਂ ਵਿੱਚ ਫਰਕ ਕੱਢਿਆ ਗਿਆ ਸੀ, ਤਾਂ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਮੇਰੇ ਵੱਟਿਆਂ ਦਾ ਤੋਲ ਪੂਰਾ ਹੋ ਗਿਆ। ਤਾਂ ਸੰਗਤਾਂ ਸਮਝ ਗਈਆਂ ਕਿ ਉਸ ਦਿਨ ਵੱਟਿਆਂ ਦਾ ਤੋਲ ਗੁਰੂ ਸਾਹਿਬ ਆਪ ਪੂਰਾ ਕਰ ਰਹੇ ਸਨ। ਤਾਂ ਗੁਰੂ ਜੀ ਨੇ ਆਖਿਆ ਕਿ ਭਾਈ ਸਾਹਿਬ, ਰੰਗ ਤਾਂ ਤੁਹਾਡੀ ਸੱਚੀ ਅਰਦਾਸ ਲਿਆਈ ਹੈ। ਤੁਹਾਡੀ ਸੱਚੇ ਦਿਲੋਂ ਕੀਤੀ ਗਈ ਅਰਦਾਸ ਗੁਰੂ ਦੇ ਦਰ 'ਤੇ ਹਮੇਸ਼ਾ ਪ੍ਰਵਾਨ ਹੁੰਦੀ ਹੈ ਅਤੇ ਰਹਿੰਦੀ ਦੁਨੀਆ ਤੱਕ ਪ੍ਰਵਾਨ ਹੁੰਦੀ ਰਹੇਗੀ। ਜੋ ਵੀ ਵਿਅਕਤੀ ਸੱਚੇ ਮਨ, ਪੂਰੀ ਸ਼ਰਧਾ ਅਤੇ ਪੂਰੇ ਵਿਸ਼ਵਾਸ ਨਾਲ ਗੁਰੂ ਜੀ ਨੂੰ ਕੋਈ ਅਰਦਾਸ ਕਰੇਗਾ ਤਾਂ ਗੁਰੂ ਸਾਹਿਬ ਉਸ ਦੀ ਅਰਦਾਸ ਜ਼ਰੂਰ ਸੁਣਨਗੇ ਅਤੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ ਅਤੇ ਹਰ ਔਖੇ ਸਮੇਂ ਵਿੱਚੋਂ, ਹਰ ਮੁਸ਼ਕਿਲ ਵਿੱਚੋਂ ਆਪ ਸਹਾਈ ਹੋ ਕੇ ਬਾਹਰ ਕੱਢਣਗੇ। ਜਾਂ ਤਾਂ ਗੁਰੂ ਸਾਹਿਬ ਆਪ ਵਿੱਚ ਵਰਤਣਗੇ ਜਾਂ ਆਪਣੇ ਦੁਆਰਾ ਕਿਸੇ ਨੂੰ ਭੇਜ ਕੇ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਸੰਗਤ ਜੀ, ਅੱਜ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਸਾਡੀਆਂ ਅਰਦਾਸਾਂ ਨੂੰ ਸੁਣਦੇ ਹਨ। ਬਸ ਫਰਕ ਸਿਰਫ ਇੰਨਾ ਹੈ ਕਿ ਸਾਨੂੰ ਗੁਰੂ ਸਾਹਿਬ ਉੱਤੇ ਪੂਰਨ ਸ਼ਰਧਾ ਅਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਗੁਰੂ ਉੱਪਰ ਪੂਰਨ ਸ਼ਰਧਾ ਅਤੇ ਪੂਰਨ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਗੁਰੂ ਜੀ ਸਾਡੀਆਂ ਅਰਦਾਸਾਂ ਨੂੰ ਸਫਲ ਕਰਨ ਅਤੇ ਸਾਡੀਆਂ ਮੁਸ਼ਕਿਲਾਂ ਦਾ ਹੱਲ ਆਪ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।